ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਸਲੋਕ। ਬਸੰਤ ਸਵਰਗ ਲੋਕੈ, ਜਿਤ ਤੇ ਪ੍ਰਿਥਵੀ ਨਵ ਖੰਡ ਨਹਿ। ਵਿਸਰੰਤ ਹਰਿ ਗੋਪਾਲੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣਹਿ। ਬਸੰਤ ਸਵਰਗ ਲੋਕੈ, ਜਿਤ ਤੇ ਪ੍ਰਿਥਵੀ ਨਵ ਖੰਡ ਨਹਿ। ਵਿਸਰੰਤ ਹਰਿ ਗੋਪਾਲੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣਹਿ। ਕੋਟਕ ਕੋਟ ਤਮਾਸਿਆ, ਚਿਤ ਨ ਆਵਸ ਨਾਉ। ਨਾਨਕ ਕੋੜੀ ਨਰਕ ਬਰਾਬਰੇ, ਉਜੜ ਸੋਈ ਥਾਉ। ਕੋੜੀ ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ। ਝੂਠ ਸਮਗਰੀ ਭੇਖ ਸਚ ਕਰ ਜਾਣਿਆ। ਕਾਮ ਕ੍ਰੋਧ ਅਹੰਕਾਰ ਫਿਰੈ ਦੇਵਾਨਿਆ। ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਬਿਨ ਪੂਰੇ ਗੁਰਦੇਵ ਫਿਰੈ ਸੈਤਾਨਿਆ। ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਬਿਨ ਪੂਰੇ ਗੁਰਦੇਵ ਫਿਰੈ ਸੈਤਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਗੁਰੂ ਦਰ 'ਤੇ ਨਤਮਸਤਕ ਹੋਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੱਜ ਦਾ ਪਾਵਨ ਮੁੱਖ ਵਾਕ ਜੈਤ ਸ੍ਰੀ ਰਾਗ ਦੀ ਵਾਰ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਇਹ ਪਾਵਨ ਵਾਰ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਇਸ ਵਾਰ ਦੇ ਵਿੱਚ ਪੌੜੀ ਦੇ ਨਾਲ 2-2 ਸਲੋਕ ਦਰਜ ਹਨ। ਇਹ ਸਾਰੇ ਦੇ ਸਾਰੇ ਸਲੋਕ ਵੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਹਨ। ਆਓ ਕਿ ਇਹ ਜਿਹੜੀ ਵਾਰ ਹੈ ਉਹ ਸਲੋਕਾਂ ਦੇ ਨਾਲ ਹੀ ਉਚਾਰਨ ਕੀਤੀ ਹੋਈ ਹੈ। ਅੱਜ ਦਾ ਪਾਵਨ ਮੁੱਖ ਵਾਕ 707 ਅੰਕ ਦੇ ਉੱਤੇ ਸੁਭਾਇਮਾਨ ਹੈ। ਇਸ ਪਾਵਨ ਮੁੱਖ ਵਾਕ ਦਾ ਜੋ ਕੇਂਦਰੀ ਭਾਵ ਹੈ, ਪੌੜੀ ਦੀ ਲਾਸਟ ਪੰਕਤੀ ਜੋ ਮੁੱਖ ਵਾਕ ਵਾਰ ਦੇ ਵਿੱਚ ਆਉਂਦੇ ਹਨ, ਲਾਸਟ ਪੰਕਤੀ ਸਾਰੀ ਮਜ਼ਮੂਨ ਦਾ, ਸਾਰੇ ਵਾਕ ਦਾ ਕੇਂਦਰੀ ਭਾਵ ਹੋਇਆ ਕਰਦੀ ਹੈ। ਇਸ ਪਾਵਨ ਮੁੱਖ ਵਾਕ ਦੇ ਵਿੱਚ ਪੌੜੀ ਦੀ ਜੋ ਲਾਸਟ ਪੰਕਤੀ ਹੈ ਉਹ ਹੈ ਬਿਨ ਪੂਰੇ ਗੁਰਦੇਵ ਫਿਰੈ ਸੈਤਾਨਿਆ। ਗੁਰੂ ਮਹਾਰਾਜ ਜੀ ਇੱਥੇ ਆਖ ਰਹੇ ਹਨ ਕਿ ਹੇ ਭਾਈ, ਪੂਰੇ ਗੁਰੂ ਤੋਂ ਬਿਨਾਂ ਮਨੁੱਖ ਜਿਹੜਾ ਹੈ ਉਹ ਸੈਤਾਨਾਂ ਵਾਂਗ ਫਿਰਦਾ ਰਹਿੰਦਾ ਹੈ। ਜਿਵੇਂ ਸੈਤਾਨ ਹੁੰਦਾ ਹੈ, ਇਸ ਤਰ੍ਹਾਂ ਹੀ ਮਨੁੱਖ ਦੀ ਅਵਸਥਾ ਅਤੇ ਹਾਲਤ ਹੁੰਦੀ ਹੈ। ਪੂਰੇ ਗੁਰੂ ਤੋਂ ਬਿਨਾਂ ਮਨੁੱਖ ਸੈਤਾਨ ਹੀ ਬਣਿਆ ਰਹਿੰਦਾ। ਇਸ ਤਰ੍ਹਾਂ ਸਤਿਗੁਰੂ ਜੀ ਇਸ ਪੌੜੀ ਦੇ ਵਿੱਚ ਸਮਝਾ ਰਹੇ ਹਨ।
ਸ਼ੈਤਾਨ ਕਿਵੇਂ ਬਣਿਆ ਰਹਿੰਦਾ ਹੈ, ਉਹ ਕੀ ਕੰਮ ਕਰਦਾ ਹੈ, ਉਸ ਬਾਰੇ ਗੁਰੂ ਸਾਹਿਬ ਜੀ ਨੇ ਫਿਰ ਵਿਸਥਾਰ ਨਾਲ ਸਾਡੇ ਨਾਲ ਵਿਚਾਰ ਸਾਂਝੇ ਕੀਤੇ। ਆਖਣ ਲੱਗੇ, ਸਲੋਕ ਵਸੰਤ ਸਵਰਗ ਲੋਕੈ, ਜਿਤ ਤੇ ਪ੍ਰਥਮੀ ਨਵ ਖੰਡਨੈ। ਆਖਣ ਲੱਗੇ ਸਤਿਗੁਰੂ ਜੀ, ਹੈ ਭਾਈ, ਜੇ ਕੋਈ ਮਨੁੱਖ ਸਵਰਗ ਲੋਕ ਦੇ ਵਿੱਚ ਵਸਦਾ ਹੋਵੇ ਤੇ ਪ੍ਰਥਵੀ ਦੇ 9 ਖੰਡ ਪਾਓ ਕਿ ਸਾਰੀ ਧਰਤੀ ਨੂੰ ਕੋਈ ਮਨੁੱਖ ਜਿੱਤ ਲਏ। ਆਖਣ ਲੱਗੇ, ਵਿਸਰੰਤ ਹਰ ਗੋਪਾਲੈ, ਨਾਨਕ ਤੇ ਪ੍ਰਾਣੀ ਉਦਿਹਾਨ ਪਰਮਣੈ। ਪਰ ਹੈ ਨਾਨਕ, ਉਸ ਮਨੁੱਖ ਨੂੰ ਸ੍ਰਿਸ਼ਟੀ ਦਾ ਜੋ ਪਾਲਣਹਾਰ ਹੈ, ਸਾਰਿਆਂ ਦਾ ਰੱਖਿਅਕ ਅਕਾਲ ਪੁਰਖ ਵਾਹਿਗੁਰੂ ਹੈ, ਉਹ ਭੁੱਲ ਜਾਂਦਾ ਹੈ, ਵਿਸਰ ਜਾਂਦਾ ਹੈ। ਮਹਾਰਾਜ ਕਹਿੰਦੇ, ਮਾਨੋ ਉਹ ਮਨੁੱਖ ਭਿਆਨਕ ਜੰਗਲ ਦੇ ਵਿੱਚ ਰਸਤਾ ਭਟਕ ਗਿਆ ਹੈ। ਜਿਵੇਂ ਬੜਾ ਭਿਆਨਕ ਜੰਗਲ ਹੋਵੇ, ਉਹਦੇ ਵਿੱਚੋਂ ਮਨੁੱਖ ਰਸਤਾ ਭਟਕ ਜਾਏ, ਦੱਸਣ ਵਾਲਾ ਵੀ ਕੋਈ ਨਾ ਹੋਵੇ, ਜਿਵੇਂ ਉੱਥੇ ਉਹ ਖੁਆਰ ਹੁੰਦਾ ਹੈ, ਦੁਖੀ ਹੁੰਦਾ ਹੈ, ਇਸ ਤਰ੍ਹਾਂ ਪਰਮਾਤਮਾ ਨੂੰ ਵਿਸਾਰ ਕੇ ਮਨੁੱਖ ਦੁਖੀ ਹੁੰਦਾ ਹੈ। ਇਸ ਤਰ੍ਹਾਂ ਗੁਰਦੇਵ ਪਿਤਾ ਸਮਝਾ ਰਹੇ ਨੇ। ਦੂਜੇ ਸਲੋਕ ਦੇ ਵਿੱਚ ਮਹਾਰਾਜ ਕਹਿਣ ਲੱਗੇ, ਕੋਤਕ ਕੋੜ ਤਮਾਸਿਆ, ਚਿਤ ਨਾ ਆਵਸ ਨਾਉ। ਆਖਣ ਲੱਗੇ, ਇਸ ਮਾਇਆ ਦੇ ਕਰੋੜਾਂ ਤਮਾਸਿਆਂ ਦੇ ਵਿੱਚ, ਕੋੜ ਦਾ ਅਰਥ ਹੈ ਕਰੋੜ, ਕੋਤਕ ਦਾ ਅਰਥ ਹੈ ਮਾਇਆ ਦੇ ਤਮਾਸੇ। ਮਾਇਆ ਦੇ ਜਿਹੜੇ ਕੋਤਕ ਨੇ, ਪਾਓ ਕਿ ਕਰੋੜਾਂ ਹੀ ਮਾਇਆ ਦੇ ਕੋਤਕਾਂ ਵਿੱਚ ਗਲਤਾਨ ਹੋਇਆ ਮਨੁੱਖ ਜਿਹੜਾ ਹੈ, ਚਿਤ ਨਾ ਆਵਸ ਨਾ, ਉਸ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਯਾਦ ਨਹੀਂ ਆਉਂਦਾ। ਜਿਹੜਾ ਕਿ ਮਾਇਆ ਦੇ ਕਰੋੜਾਂ ਤਮਾਸਿਆਂ ਦੇ ਵਿੱਚ, ਕੋਤਕਾਂ ਦੇ ਵਿੱਚ, ਮਾਇਆ ਦੀਆਂ ਖੇਡਾਂ ਵਿੱਚ ਰੁੱਝਿਆ ਰਹਿੰਦਾ ਹੈ, ਉਸ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਚਿੱਤ ਨਹੀਂ ਆਉਂਦਾ। ਤੇ ਸਤਿਗੁਰ ਕਹਿੰਦੇ ਨੇ, ਨਾਨਕ ਕੋੜੀ ਨਰਕ ਬਰਾਬਰੇ, ਉਜੜ ਸੋਈ ਥਾਉ। ਆਖਣ ਲੱਗੇ, ਤਾਂ ਤੇ ਹੈ ਨਾਨਕ, ਉਹ ਥਾਂ ਉਜਾੜ ਸਮਝੋ, ਉਜਾੜ ਮੰਨੋ। ਤੇ ਆਖਣ ਲੱਗੇ, ਉਹ ਮਨੁੱਖ ਇਸ ਤਰ੍ਹਾਂ ਹੈ, ਕੋੜੀ ਨਰਕ ਬਰਾਬਰੇ। ਕੋੜੀ ਦਾ ਅਰਥ ਹੈ ਇੱਥੇ ਕਿ ਸੰਸਾਰ ਦੇ ਵਿੱਚ ਭਿਆਨਕ ਨਰਕ, ਪਾਓ ਕਿ ਭਿਆਨਕ ਘੁੱਪ ਹਨੇਰਾ ਜਾਂ ਭਿਆਨਕ ਨਰਕ ਦੇ ਨਿਆਈ ਉਹ ਮਨੁੱਖ ਜਿਉਂਦਾ, ਜਿਵੇਂ ਕੋਈ ਬੜੇ ਘੋਰ ਨਰਕ ਦੇ ਵਿੱਚ ਜੀ ਰਿਹਾ ਹੋਵੇ। ਉਸ ਮਨੁੱਖ ਦੀ ਐਸੀ ਹਾਲਤ ਹੈ ਜਿਸ ਨੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਆਉਂਦਾ। ਜਿਹੜੇ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੰਦਾ ਹੈ, ਅਤੇ ਉਹ ਥਾਂ ਉਜਾੜ ਹੀ ਸਮਝੋ ਜਿੱਥੇ ਕਿ ਮਨੁੱਖ ਨੂੰ ਰੱਬ ਚੇਤੇ ਨਹੀਂ ਆ ਰਿਹਾ, ਅਤੇ ਉਹ ਘੋਰ ਨਰਕ ਦੀ ਨਿਆਈ ਹੈ। ਕੋੜੀ ਦੇ ਦਾ ਅਰਥ ਹੈ ਭਿਆਨਕ ਨਰਕ, ਘੋਰ ਨਰਕ, ਕਿਉਂਕਿ ਉਹ ਇੱਕ ਭਿਆਨਕ ਨਰਕ ਦੇ ਵਿੱਚ ਜੀ ਰਿਹਾ ਹੈ। ਅਗਲੇ ਵਚਨ ਕੀਤੇ ਮਹਾਰਾਜ ਨੇ ਪੌੜੀ ਦੇ ਵਿੱਚ ਕਹਿਣ ਲੱਗੇ, ਪੌੜੀ ਮਹਾਂ ਭਿਆਨ ਉਦਿਆਨ। ਕਹਿੰਦੇ ਇਹ ਸੰਸਾਰ ਇੱਕ ਭਿਆਨਕ ਜੰਗਲ ਹੈ, ਨਗਰ ਕਰ ਮਾਨਿਆ। ਪਰ ਇਸ ਭਿਆਨਕ ਸੰਸਾਰ ਨੂੰ, ਭਿਆਨਕ ਜੰਗਲ ਨੂੰ ਮਨੁੱਖ ਆਪਣਾ ਸ਼ਹਿਰ, ਆਪਣਾ ਨਗਰ ਸਮਝੀ ਬੈਠਾ ਹੈ, ਅਤੇ ਇੱਥੇ ਹੀ ਵਸਣੀ। ਮਹਾਰਾਜ ਕਹਿੰਦੇ ਨੇ, ਝੂਠ ਸਮਗਰੀ ਪੇਖ, ਸੱਚ ਕਰ ਜਾਣਿਆ। ਕਹਿੰਦੇ ਨੇ, ਇਸ ਨਾਸਵੰਤ ਸਮੱਗਰੀ, ਪਾਓ ਪਦਾਰਥਾਂ ਨੂੰ ਵੇਖ ਕੇ ਸੱਚ ਕਰ ਜਾਣਿਆ। ਮਨੁੱਖ ਇਸ ਨੂੰ ਸੱਚ ਸਮਝੀ ਬੈਠਾ ਹੈ, ਸਦਾ ਸਥਿਰ ਰਹਿਣ ਵਾਲੀ ਸਮਝੀ ਬੈਠਾ ਹੈ। ਪਰ ਸਤਿਗੁਰੂ ਕਹਿੰਦੇ ਨੇ, ਇਹ ਤਾਂ ਝੂਠੀ ਅਤੇ ਨਾਸਵੰਤ ਸਮੱਗਰੀ ਹੈ। ਇੱਕ ਦਿਨ ਇਸ ਸਮੱਗਰੀ ਨੇ, ਇਹਨਾਂ ਪਦਾਰਥਾਂ ਨੇ, ਇਹਨਾਂ ਵਸਤੂਆਂ ਨੇ ਨਾਸ ਹੋ ਜਾਣਾ। ਔਰ ਮਨੁੱਖ ਦੀ ਬਿਰਤੀ ਹੈ ਕਿ ਇਹਨਾਂ ਨੂੰ ਇਹ ਸੱਚ ਸਮਝੀ ਬੈਠਾ ਹੈ। ਸੱਚ ਕਰ ਜਾਣਿਆ ਕਰਦਾ ਕੀ ਹੈ? ਕਹਿਣ ਲੱਗੇ, ਕਾਮ ਕ੍ਰੋਧ ਅਹੰਕਾਰ ਫਿਰੈ ਦੇਵਾਨਿਆ। ਇਹ ਮਨੁੱਖ ਕਾਮ ਵਿੱਚ, ਕ੍ਰੋਧ ਵਿੱਚ, ਅਹੰਕਾਰ ਦੇ ਵਿੱਚ ਦੀਵਾਨਾ ਹੋਇਆ ਫਿਰਦਾ ਹੈ। ਔਰ ਦੀਵਾਨੇ ਦਾ ਅਰਥ ਹੈ ਇੱਥੇ ਮਨੁੱਖ ਇਹਨਾਂ ਦੇ ਵਿੱਚ ਗਲਤਾਨ ਰਹਿੰਦਾ ਹੈ, ਅਤੇ ਇਹਨਾਂ ਵਿੱਚ ਹੀ ਮਨੁੱਖ ਝੱਲਾ ਹੋਇਆ ਪਿਆ ਹੈ। ਕਿਉਂਕਿ ਇਹਨਾਂ ਦੇ ਵਿੱਚ ਐਡਾ ਝੱਲਾ ਹੋ ਗਿਆ ਹੈ ਕਿ ਇਸ ਨੂੰ ਸੋਝੀ ਨਹੀਂ ਆਉਂਦੀ ਕਿ ਮੇਰਾ ਸੰਸਾਰ ਦੇ ਵਿੱਚ ਆਉਣ ਦਾ ਮਕਸਦ ਕੀ ਹੈ। ਜੇ ਪਰ ਮਹਾਰਾਜ ਕਹਿੰਦੇ ਨੇ, ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਕਹਿੰਦੇ ਸਿਰ ਦੇ ਵਿੱਚ ਜਦੋਂ ਜਮਾਂ ਦਾ ਡੰਡਾ ਪੈਂਦਾ ਹੈ, ਉਦੋਂ ਫਿਰ ਮਨੁੱਖ ਪਛਤਾਵਾ ਕਰਦਾ ਹੈ ਵੀ ਜਦੋਂ ਮੈਂ ਨਾਮ ਜਪਣਾ ਸੀ, ਸ਼ੁਭ ਕਰਮ ਕਰਨੇ ਸਨ, ਉਹ ਕਰਮ ਕੀਤੇ ਹੀ ਨਹੀਂ। ਉਸ ਵੇਲੇ ਇਹ ਪਛਤਾਉਂਦਾ ਹੈ ਕਿ ਆਪਣੀ ਜ਼ਿੰਦਗੀ ਐਵੇਂ ਸੰਸਾਰ ਦੇ ਵਿੱਚ
ਸੰਸਾਰ ਦੀ ਇਸ ਝੂਠ ਸਮੱਗਰੀ ਨੂੰ ਵੇਖ ਕੇ ਔਰ ਸੰਸਾਰ ਦੇ ਇਸ ਭਿਆਨਕ ਜੰਗਲ ਦੇ ਵਿੱਚ ਜਿੱਥੇ ਕਿ ਕਲ ਕਲੇਸ਼ ਹੈ, ਲੜਾਈ ਝਗੜੇ ਨੇ, ਇਹਨਾਂ ਵਿੱਚ ਗਲਤਾਨ ਹੋ ਕੇ ਹੀ ਮੈਂ ਆਪਣੀ ਬਤੀਤ ਕਰ ਲਈ। ਪਰ ਜਦੋਂ ਸਿਰ 'ਤੇ ਜਮਾਂ ਦਾ ਡੰਡਾ ਪੈਂਦਾ ਹੈ ਮਾਲਕ ਨੇ, ਉਦੋਂ ਫਿਰ ਮਨੁੱਖ ਨੂੰ ਪਛਤਾਵਾ ਹੁੰਦਾ ਹੈ ਔਰ ਉਦੋਂ ਸਮਝ ਆ ਜਾਂਦੀ ਹੈ ਕਿ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ। ਮਨੁੱਖ ਪੂਰੇ ਗੁਰੂ ਤੋਂ ਬਿਨਾਂ ਸ਼ੈਤਾਨਾਂ ਵਾਂਗ ਹੀ ਫਿਰਦਾ ਰਹਿੰਦਾ ਹੈ, ਕਿਉਂਕਿ ਸ਼ੈਤਾਨ ਹੀ ਬਣਿਆ ਰਹਿੰਦਾ ਹੈ। ਇਸ ਕਰਕੇ ਗੁਰਦੇਵ ਪਿਤਾ ਸਾਡੇ ਉੱਤੇ ਕਿਰਪਾ ਕਰਕੇ ਸਾਨੂੰ ਸਮਝਾ ਰਹੇ ਹਨ ਕਿ ਪੂਰੇ ਗੁਰੂ ਦੀ ਸ਼ਰਨ ਲੈ ਕੇ ਆਪਣੇ ਜੀਵਨ ਨੂੰ ਸ਼ੈਤਾਨਾਂ ਤੋਂ ਬਚਾ ਕੇ ਇਨਸਾਨੀਅਤ ਵਾਲਾ ਜੀਵਨ ਜੀਵੋ। ਇਹ ਇਨਸਾਨੀਅਤ ਹੀ ਇਸ ਲੋਕ ਵਿੱਚ ਸਾਡੇ ਕੰਮ ਆਏਗੀ ਅਤੇ ਇਨਸਾਨੀਅਤ ਹੀ ਪਰਲੋਕ ਵਿੱਚ ਸਾਡੇ ਕੰਮ ਆਏਗੀ। ਇਸ ਨੇ ਹੀ ਸਾਡੇ ਨਾਲ ਜਾਣਾ ਹੈ। ਇਹ ਵਿਚਾਰ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਏ ਹਨ। ਅਸੀਂ ਇਹਨਾਂ ਵਿਚਾਰਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਅਤੇ ਪੂਰੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਣੀ ਜ਼ਿੰਦਗੀ ਨੂੰ ਸਫਲੀ ਕਰੀਏ। ਇਤਨੇ ਕੋ ਬਚਨ ਪ੍ਰਵਾਨ। ਸਾਰਿਆਂ ਦਾ ਧੰਨਵਾਦ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।